ਹੈਲੋ एवरीवन ਵੈਲਕਮ ਟੂ ਕੈਰੀਅਰ ਕੁਐਸਟ ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ ਸੋ ਜਿਵੇਂ ਆਪਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ ਪੋਲਿਟੀ ਦੀ ਇੱਕ ਸੀਰੀਜ਼ ਨੂੰ ਸਟਾਰਟ ਕੀਤਾ ਹੋਇਆ ਹੈ ਜਿਹਦੇ ਵਿੱਚ ਆਪਾਂ ਐਮਸੀਕਿਊਜ਼ ਨੂੰ ਡਿਸਕਸ ਕਰਦੇ ਹਾਂ ਸੋ ਇਹ ਐਮਸੀਕਿਊਜ਼ ਤੁਹਾਡੇ ਐਗਜ਼ਾਮ ਪੁਆਇੰਟ ਆਫ View ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਰਹਿਣਗੇ ਬੈਨੀਫੀਸ਼ੀਅਲ ਰਹਿਣਗੇ ਤੁਹਾਡੀ ਪ੍ਰੈਪਰੇਸ਼ਨ ਦੇ ਵਿੱਚ ਤੇ ਇਸ ਤੋਂ ਇਲਾਵਾ ਅਗਰ ਤੁਹਾਨੂੰ ਵੀਡੀਓਜ਼ ਵਧੀਆ ਲੱਗਦੀਆਂ ਤਾਂ ਵੀਡੀਓਜ਼ ਨੂੰ ਤੁਸੀਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਹੈ ਤੇ ਆਪਣੀ ਰਿਵਿਊਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣੇ ਨੇ ਇਫ ਯੂ ਵਾਂਟ ਮੋਰ ਵੀਡੀਓਜ਼ ਰਿਗਾਰਡਿੰਗ ਪੋਲਿਟੀ ਐਮਸੀਕਿਊ ਸੋ ਫਰਸਟਲੀ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਸੀਰੀਜ਼ ਨੂੰ ਫਰਸਟ ਕੁਐਸਚਨ ਦੇ ਨਾਲ ਫਰਸਟ ਕੁਐਸਚਨ ਕੀ ਹੈ ਕਹਿੰਦੇ ਦਾ ਸੁਪਰੀਮ ਕੋਰਟ ਕੰਸਿਸਟ ਆਫ ਚੀਫ ਜਸਟਿਸ ਐਂਡ ਹਾਊ ਮੈਨੀ ਜੱਜਿਸ क्वेश्चन किदे रिगार्डिंग पूछा गया है क्वेश्चन की डिमांड की पूछी गई है पूछा गया है कि सुप्रीम कोर्ट है जो साडी कंट्री दा कहंदे दा सुप्रीम कोर्ट कंसिस्ट ऑफ चीफ जस्टिस एंड हाउ मेनी जजेस कहंदे जो साडी सुप्रीम कोर्ट है साडी कंट्री दी ਉਹਦੇ ਵਿੱਚ ਇੱਕ ਚੀਫ ਜਸਟਿਸ ਹੁੰਦਾ ਹੈ ਤੇ ਕਿੰਨੇ ਹੋਰ ਕੀ ਹੁੰਦੇ ਨੇ ਸਾਡੇ ਜੱਜਸ ਹੁੰਦੇ ਨੇ ਅਗਰ ਆਪਾਂ ਸੁਪਰੀਮ ਕੋਰਟ ਦੀ ਗੱਲ ਕਰੀਏ ਫਸਟਲੀ ਸਾਨੂੰ ਪਤਾ ਹੋਣਾ ਚਾਹੀਦਾ ਹੈ कि जो साडी सुप्रीम कोर्ट है इस रिगार्डिंग एग्जाम दे विच क्वेश्चन कित्थों कित्थों पूछे जा सकते हैं फर्स्टली सब तो पहला तुहानूं पता होना चाहिए कि इंडिया दे विच पहली बार सुप्रीम कोर्ट बनाउण दी गल कदों कीती गई सी ਇਹ ਕੀਤੀ ਗਈ ਸੀ ਜੀ ਬ੍ਰਿਟਿਸ਼ ਸਰਕਾਰ ਦੇ ਸਮੇਂ ਦੇ ਉੱਤੇ ਕਿਸ ਸਮੇਂ ਜਦੋਂ ਸਾਡਾ ਰੈਗੂਲੇਟਿੰਗ ਐਕਟ ਆਇਆ ਸੀ ਰੈਗੂਲੇਟਿੰਗ ਐਕਟ 1773 1773 ਦੇ ਵਿੱਚ ਰੈਗੂਲੇਟਿੰਗ ਐਕਟ ਦੇ ਵਿੱਚ ਪਹਿਲੀ ਵਾਰ ਸੁਪਰੀਮ ਕੋਰਟ ਬ੍ਰਿਟਿਸ਼ਰਸ ਦੇ ਸੁਪਰੀਮ ਕੋਰਟ ਬਣਾਉਣ ਦੀ ਗੱਲ ਕੀਤੀ ਗਈ ਸੀ ਤੇ ਇਸ ਐਕਟ ਦੇ ਅਧੀਨ 1774 ਦੇ ਵਿੱਚ ਕਲਕੱਤਾ ਦੇ ਵਿੱਚ ਕੀ ਬਣਿਆ ਸੀ ਸਾਡਾ ਸੁਪਰੀਮ ਕੋਰਟ ਜੋ ਫॉर ਬ੍ਰਿਟਿਸ਼ਰਸ ਬਣਿਆ ਸੀ ਉਸ ਦੇ ਬਾਅਦ ਜੋ ਸੁਪਰੀਮ ਕੋਰਟ ਬਣਾਉਣ ਦੀ ਗੱਲ ਕੀਤੀ ਗਈ ਸੀ ਜੀ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਵਿੱਚ ਫੈਡਰਲ ਕੋਰਟ ਬਣਾਉਣ ਦੀ ਗੱਲ ਕੀਤੀ ਗਈ ਸੀ ਤੇ ਇਸ ਐਕਟ ਦੇ ਅਧੀਨ ਸਾਡੀ ਕੰਟਰੀ ਦੇ ਵਿੱਚ ਇੱਕ ਫੈਡਰਲ ਕੋਰਟ ਬਣਿਆ ਸੀ ਤੇ ਇਸੇ ਫੈਡਰਲ ਕੋਰਟ ਨੂੰ 28th ਆਫ ਜੈਨ 1950 ਦੇ ਵਿੱਚ ਸੁਪਰੀਮ ਕੋਰਟ ਕਿਹਾ ਜਾਣ ਲੱਗਿਆ ਇਹ ਕਦੋਂ ਦੀ ਡੇਟ ਹੈ ਜੀ 1950 ਦੇ ਵਿੱਚ ਜਦੋਂ ਸਾਡਾ ਸੰਵਿਧਾਨ ਬਣਿਆ ਤੇ ਉਸ ਤੋਂ ਬਾਅਦ 28 ਜਨਵਰੀ 1950 ਨੂੰ ਜਦੋਂ ਸਾਡਾ ਸੁਪਰੀਮ ਕੋਰਟ ਬਣਿਆ ਉਸ ਸਮੇਂ ਸਾਡੇ ਸੁਪਰੀਮ ਕੋਰਟ ਦੇ ਵਿੱਚ ਟੋਟਲ 8 ਜੱਜਸ ਸਨ ਕਿੰਨੇ ਸਨ 8 ਜੱਜਸ ਸਨ 8 ਜੱਜਸ ਦੇ ਵਿੱਚੋਂ 7 ਸਿੰਪਲੀ ਜੱਜ ਸਨ ਸੁਪਰੀਮ ਕੋਰਟ ਦੇ ਤੇ ਇੱਕ ਸੀ ਸਾਡਾ ਚੀਫ ਜਸਟਿਸ ਆਫ ਇੰਡੀਆ ਸੋ ਐਟ ਪ੍ਰੈਜ਼ੈਂਟ ਦੀ ਗੱਲ ਕਰੀਏ ਤਾਂ ਐਟ ਪ੍ਰੈਜ਼ੈਂਟ ਸਾਡੇ ਕੋਲ 33 ਨੇ ਜੀ ਠੀਕ ਹੈ ਜਿਸ ਦੇ ਵਿੱਚੋਂ ਇਨਕਲੂਡਿੰਗ ਕੀ ਹੈ ਸਾਡਾ ਚੀਫ ਜਸਟਿਸ ਆਫ ਇੰਡੀਆ ਸੋ 7 not 9 33 ਜੱਜਸ ਹੁਣ ਇੱਥੇ ਦੇਖੋ ਜੇ ਆਪਾਂ ਐਗਜ਼ਾਮ ਕੁਐਸਚਨ ਦੇ ਪੁਆਇੰਟ ਆਫ View ਨਾਲ ਦੇਖਿਆ ਜਾਵੇ ਤਾਂ ਇੱਥੇ 32 ਜੱਜਸ ਕਹਿਣਾ ਚਾਹੀਦਾ ਸੀ ਸੌਰੀ ਇਹ ਵਾਲਾ ਨਹੀਂ ਦਿਸ ਵਨ 32 ਜੱਜਸ ਇਨਕਲੂਡਿੰਗ ਚੀਫ ਜਸਟਿਸ ਆਫ ਇੰਡੀਆ ਬਟ ਟੋਟਲ ਜੱਜ ਪੁੱਛੇ ਜਾਣ ਤਾਂ ਸਾਡੇ ਐਟ ਪ੍ਰੈਜ਼ੈਂਟ ਸਾਡੀ ਸੁਪਰੀਮ ਕੋਰਟ ਦੇ ਵਿੱਚ ਕਿੰਨੇ ਜੱਜਸ ਨੇ 33 ਜੱਜਸ ਨੇ ਸਾਡੀ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਜੱਜਸ ਨੇ ਉਹ ਉਹਨਾਂ ਦੀ ਰਿਟਾਇਰਮੈਂਟ ਜਿਹੜੀ ਏਜ ਹੁੰਦੀ ਹੈ ਉਹ ਕਿੰਨੀ ਹੁੰਦੀ ਹੈ ਉਹ ਹੁੰਦੀ ਹੈ ਜੀ 65 ਇਅਰਸ 올ਡ ਠੀਕ ਹੈ 65 ਇਅਰਸ 올ਡ ਹੁੰਦੀ ਹੈ ਕਿ ਰਿਟਾਇਰਮੈਂਟ ਏਜ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਰਿਟਾਇਰ ਕੀਤਾ ਜਾਂਦਾ ਠੀਕ ਹੈ ਸੋ ਇਸ ਤੋਂ ਇਲਾਵਾ ਚੀਫ ਅਗਰ ਸਾਡਾ ਪ੍ਰੈਜ਼ੀਡੈਂਟ ਆਪਣੀ ਕੁਰਸੀ ਦੇ ਉੱਤੇ ਪ੍ਰੈਜ਼ੈਂਟ ਨਹੀਂ ਹੁੰਦਾ ਤਾਂ ਉਹਦਾ ਐਜ਼ ਅ ਪ੍ਰੈਜ਼ੀਡੈਂਟ ਕੌਣ ਸਰਵ ਕਰਦਾ ਵਾਈਸ ਪ੍ਰੈਜ਼ੀਡੈਂਟ ਅਗਰ ਵਾਈਸ ਪ੍ਰੈਜ਼ੀਡੈਂਟ ਵੀ ਨਾ ਹੋਵੇ ਤਾਂ ਇਹ ਸਾਡੇ ਚੀਫ ਜਸਟਿਸ ਆਫ ਇੰਡੀਆ ਐਜ਼ ਅ ਪ੍ਰੈਜ਼ੀਡੈਂਟ ਕੀ ਕਰਦੇ ਨੇ ਸਰਵ ਕਰਦੇ ਨੇ ਚੀਫ ਜਸਟਿਸ ਆਫ ਇੰਡੀਆ ਕਿਹਨਾਂ ਦੇ ਸਾਹਮਣੇ ਆਪਣੀ ਸਹੁੰ ਚੁੱਕਦੇ ਨੇ ਉਹ ਆਪਣੀ ਓਥ ਲੈਂਦੇ ਨੇ ਜੀ ਪ੍ਰੈਜ਼ੀਡੈਂਟ ਦੇ ਸਾਹਮਣੇ ਤੇ ਚੀਫ ਜਸਟਿਸ ਆਫ ਇੰਡੀਆ ਕੌਣ ਬਣਦਾ ਹੈ ਸੀਨੀਅਰ ਮੋਸਟ ਜੱਜ ਆਫ ਦਾ ਸੁਪਰੀਮ ਕੋਰਟ ਨੂੰ ਕੀ ਬਣਾਇਆ ਜਾਂਦਾ ਹੈ ਚੀਫ ਜਸਟਿਸ ਆਫ ਇੰਡੀਆ ਬਣਾਇਆ ਜਾਂਦਾ ਹੈ ਹੁਣ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ ਕਿ ਐਟ ਪ੍ਰੈਜ਼ੈਂਟ ਸਾਡੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਆਫ ਇੰਡੀਆ ਕੌਣ ਨੇ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਕਿੰਨਵੇਂ ਸਾਡੇ ਚੀਫ ਜਸਟਿਸ ਆਫ ਇੰਡੀਆ ਬਣੇ ਨੇ ਠੀਕ ਹੈ ਜੀ ਸੋ ਆਪਾਂ ਨੈਕਸਟ ਕੁਐਸਚਨ ਦੇ ਉੱਤੇ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਹੈ salaries of judges of supreme court are determined by ਪੁੱਛਿਆ ਗਿਆ ਹੈ ਕਿ ਜਿਹੜੇ ਸਾਡੇ ਸੁਪਰੀਮ ਕੋਰਟ ਦੇ ਜੱਜਸ ਦੀਆਂ ਸੈਲਰੀਜ਼ ਨੇ ਉਹ ਕੌਣ ਡਿਸਾਈਡ ਕਰਦਾ ਹੈ ਕਿੰਨੀ ਹੋਣੀ ਚਾਹੀਦੀ ਹੈ ਕੀ ਇਸ ਦੇ ਵਿੱਚ ਵਾਧਾ ਘਾਟਾ ਅਲਟਰੇਸ਼ਨ ਹੋਣੀਆਂ ਚਾਹੀਦੀਆਂ ਸੁਪਰੀਮ ਕੋਰਟ ਦੇ ਜੱਜਸ ਦੀਆਂ ਸੈਲਰੀਜ਼ ਦੀ ਗੱਲ ਕੌਣ ਕਰਦਾ ਹੈ
कि पे कमीशन अपॉइंटेड बाय प्रेसिडेंट, कहते प्रेसिडेंट के द्वारा एक पे कमीशन अपॉइंट किया जाता है, जो बिल्कुल गलत है। फर्स्ट ऑप्शन इज रॉन्ग। लॉ कमीशन बिल्कुल नहीं जी। सो ਤੁਹਾਨੂੰ पता होना चाहिए कि सुप्रीम कोर्ट के जजेस की जो पे है वो कौन डिसाइड करता है, साडा पार्लीमेंट। ठीक है जी, कौन डिसाइड करता है, पार्लीमेंट। हाई कोर्ट एंड सुप्रीम कोर्ट के जजेस की जो पे की गल है वो किस शेड्यूल दे विच कीती गई है, शेड्यूल 2 दे विच कीती गई है। ते these pays are based on consolidated fund of India under article 266। ठीक है जी, ये चीज़ां तुहानूं पता होनियां चाहिए। सो पार्लीमेंट का आर्टिकल है 79, जो पार्लीमेंट दे विच कौन कौन कंसिस्ट हुंदा है, लोक सभा, राज्य सभा एंड प्रेसिडेंट। सो नैक्सट क्वेश्चन दे मूव करते हैं। तो ये भी पूछा जा सकता है कि सैकेंड शेड्यूल दे विच किन्ना किन्ना दी सैलरीज की गल की गई है। तब पता होना चाहिए है कि सैकेंड शेड्यूल दे विच प्रेसिडेंट दी सैलरीज की गल की गई है, प्राइम मिनिस्टर दी, काउंसिल ऑफ मिनिस्टर्स दी, सुप्रीम कोर्ट हाई कोर्ट के जजिस की। ठीक है जी, इस तो इलावा कंट्रोलर ऑडिटर जनरल की सैलरीज की गल की गई है। स्पीकर ऑफ लोक सभा, डिप्टी स्पीकर ऑफ लोक सभा, वाइस प्रेसिडेंट नूं ही की कहा जाता है, चेयरमैन ऑफ राज्य सभा एंड साडे वाइस डिप्टी चेयरमैन ऑफ राज्य सभा। इन्हां सब दे गल जिहड़ी सैलरी की गल है वो सैकेंड शेड्यूल ऑफ साडे कॉन्स्टिट्यूशन दे विच कीती गई है। सो नैक्सट क्वेश्चन दे मूव करते हैं। नैक्सट क्वेश्चन है कि अज दी सीरीज का कहते अडहॉक जजेस आर अपॉइंटेड इन द सुप्रीम कोर्ट व्हेन। क्वेश्चन है जी, कहते सानू पता है कि वैसे तो साडी सुप्रीम कोर्ट दे विच जजेस हुंदे ने, बट एक अडहॉक जज सुनिया होएगा। पूछा गया कि अडहॉक जज नूं कदों अपॉइंट किया जाता है, इस तरीके की किस तरीके की सिचुएशन हुंदी है कोर्ट दे विच जदों सानू एक अडहॉक जज की करना पैंदा, अपॉइंट करना पैंदा है। फर्स्ट ऑप्शन है कहते सम जजेस गो ऑन अ लॉन्ग लीव, कहते जो कुछ जेडे जज ने वो अपनी छुट्टी ते गए हो नहीं जी। नो वन इज अवेलेबल फॉर द परमानेंट अपॉइंटमेंट, कहते जां फिर परमानेंट अपॉइंटमेंट नहीं मिलती, ये भी नहीं हो सकता। नेक्स्ट कहते देयर इज एन अबनॉर्मल इंक्रीज इन केसेस पेंडिंग बिफोर द कोर्ट, कहते हो सकता है कोर्ट कोल केस ही इन्ने हो गए होण उन्हां नूं सॉल्व करन दे लई जजिस दी घाट होवे, ये तो हो नहीं सकता। नेक्स्ट है कहते देयर इज नो क्वारम फॉर द जजेस अवेलेबल टू होल्ड, कहते एक फिक्स क्वांटिटी दे जेडे जज हुंदे ने, क्वारम तुहानूं पता होएगा जिवें आपां कहंदे आ कि स्पीकर लोक सभा दे स्पीकर दा काम की हुंदा है, अपना एक क्वारम मेनटेन करना। ठीक है, हाउस दे विच लोक सभा दे विच क्वारम मेनटेन करना। लोक सभा दे विच क्वारम किवें मेनटेन हुंदा है कि जदों हाउस दे विच 1/10 पार्ट ऑफ द मैंबर प्रेजेंट ना होण तो कोई भी प्रोसीडिंग नहीं की जाती, वो प्रोसीडिंग स्पीकर दे वल्लों रद्द कर दी जाती है। सो इसी तरीके दे नाल अगर फिक्स क्वांटिटी दे जज साडे कोर्ट दे विच प्रेजेंट नहीं है, ठीक है, उसनूं क्वारम कहंदे, कहंदे जदों कोर्ट दे विच क्वारम ना होवे तां उस समय सानूं उस जगह दे उत्ते उस क्वारम नूं मेनटेन करन दे लई अडहॉक जज दी अपॉइंटमेंट करनी पैंदी है। सो ऑप्शन डी इज अ राइट आंसर। सो सुप्रीम कोर्ट दे रिगार्डिंग हाई कोर्ट दे रिगार्डिंग तुहानूं एग्जाम दे विच बहुत सारे क्वेश्चन देखने को मिल जाएंगे। सो अज दा लैक्चर अपना यही मिसलीनियस क्वेश्चन से उत्ते ओरिएंटेड है। सो नैक्सट क्वेश्चन है जी अज दी सीरीज का फोर्थ क्वेश्चन है। क्वेश्चन की है कहते जुडिशियल रिव्यू मीनस दैट द सुप्रीम कोर्ट, कहते वैसे जुडिशियल रिव्यू का मतलब की हुंदा है। सब तो पहला सबनों पता होना चाहिए कि जो जुडिशियल रिव्यू है ओहो की है, जुडिशियल रिव्यू इज अ पार्ट ऑफ बेसिक स्ट्रक्चर ऑफ कॉन्स्टिट्यूशन। ये पता होना चाहिए कि जो जुडिशियल रिव्यू है वो साडे संविधान का की है, बेसिक स्ट्रक्चर है। ते बेसिक स्ट्रक्चर की गल साडे संविधान दे विच केशव नंदा भारती केस 1973 ने की सी। बेसिक स्ट्रक्चर दे विच आउंदा की है, पहली गल मैं जुडिशियल रिव्यू दस चुकी हाँ, सुप्रीमेसी ऑफ कॉन्स्टिट्यूशन दस चुकी हाँ। ठीक है जी, सो ये कुछ चीज़ां ने जिवें रिपब्लिकन, ठीक है, डेमोक्रेसी एंड रिपब्लिक ऑफ इंडिया, फेडरल स्ट्रक्चर ऑफ कंट्री, दीज ऑल आर द पार्ट ऑफ बेसिक स्ट्रक्चर ऑफ आर कंट्री। ठीक है जी, ये साडे सॉरी बेसिक स्ट्रक्चर ऑफ आर कॉन्स्टिट्यूशन साडे संविधान का बेसिक स्ट्रक्चर है। बेसिक स्ट्रक्चर वो पार्ट हुंदा है जिसनूं असीं कदे भी अमेंड नहीं कर सकते।
ਸੋ ਐਗਜ਼ਾਮ ਦੇ ਕੁਐਸਚਨ ਕੀ ਪੁੱਛ ਰਿਹਾ ਹੈ ਕਿ ਜੁਡੀਸ਼ੀਅਲ ਰਿਵਿਊ ਦਾ ਮਤਲਬ ਕੀ ਹੈ, ਜੋ ਇੱਕ ਬੇਸਿਕ ਸਟਰਕਚਰ ਹੈ ਇਹਦਾ ਮਤਲਬ ਕੀ ਹੈ। ਫਸਟ ਆਪਸ਼ਨ ਕਹਿੰਦੀ ਹੈ, ਕਹਿੰਦੇ ਹੈਜ਼ ਫਾਈਨਲ ਅਥਾਰਟੀ ਓਵਰ ਆਲ ਇਸ਼ੂਜ਼, ਕਹਿੰਦੇ ਕੀ ਇਹ ਸਾਰੇ ਇਸ਼ੂਜ਼ ਦੇ ਉੱਤੇ ਫਾਈਨਲ ਜਜਮੈਂਟ ਦਿੱਤੀ ਜਾਂਦੀ ਹੈ ਸੁਪਰੀਮ ਕੋਰਟ ਦੇ ਵੱਲੋਂ? ਬਿਲਕੁਲ ਵੀ ਨਹੀਂ। ਨੈਕਸਟ ਹੈ, ਕਹਿੰਦੇ ਜੋ ਜੁਡੀਸ਼ੀਅਲ ਰਿਵਿਊ ਹੈ ਉਹ ਕੀਤਾ ਕਿਹਦੇ ਵੱਲੋਂ ਜਾਂਦਾ ਹੈ? ਸੁਪਰੀਮ ਕੋਰਟ ਦੇ ਦੁਆਰਾ, ਠੀਕ ਹੈ ਜੀ, ਜਿਸ ਨੂੰ 42nd ਅਮੈਂਡਮੈਂਟ ਦੇ ਦੁਆਰਾ ਉਹਦੇ ਚੋਂ ਕੱਢ ਦਿੱਤਾ ਗਿਆ ਸੀ। ਸਾਡੀ ਜੁਡੀਸ਼ੀਅਲ ਰਿਵਿਊ ਨੂੰ ਕਹਿੰਦੇ ਸੀ 42nd ਅਮੈਂਡਮੈਂਟ 1976 ਦੇ ਵਿੱਚ ਕਿਹਾ ਗਿਆ ਸੀ ਕਿ ਬੇਸਿਕ ਸਟਰਕਚਰ ਨਹੀਂ ਹੈ ਸਾਡਾ ਜੁਡੀਸ਼ੀਅਲ ਰਿਵਿਊ, ਸੋ ਸਾਨੂੰ ਜੁਡੀਸ਼ੀਅਲ ਰਿਵਿਊ ਕਰਵਾਉਣ ਦੀ ਲੋੜ ਨਹੀਂ ਹੈ, ਬਟ ਇਸ ਨੂੰ ਦੁਬਾਰਾ ਤੋਂ ਐਡ ਕੀਤਾ ਗਿਆ ਸੀ, ਸੋ ਇਸ ਨੂੰ ਬੇਸਿਕ ਸਟਰਕਚਰ ਹੈ ਇਹ। ਨੈਕਸਟ ਹੈ, ਕਹਿੰਦੇ ਕੈਨ ਚਾਰਜ ਐਲੀਗੇਸ਼ਨਸ ਅਗੇਂਸਟ ਪ੍ਰੈਜ਼ੀਡੈਂਟ, ਕਹਿੰਦੇ ਜੁਡੀਸ਼ੀਅਲ ਰਿਵਿਊ ਕਰਨ ਦਾ ਮਤਲਬ ਹੈ ਕਿ ਪ੍ਰੈਜ਼ੀਡੈਂਟ ਦੇ ਅਗੇਂਸਟ ਕੁਝ ਚਾਰਜ ਐਲੀਗੇਟ ਕਰਨੇ? ਬਿਲਕੁਲ ਵੀ ਨਹੀਂ। ਨੈਕਸਟ ਹੈ, ਕਹਿੰਦੇ ਕੈਨ ਰਿਵਿਊ ਦ ਇਸ਼ੂਜ਼ ਡਿਸਾਈਡਡ ਬਾਈ ਹਾਈ ਕੋਰਟਸ, ਕਹਿੰਦੇ ਉਹਨਾਂ ਇਸ਼ੂਜ਼ ਨੂੰ ਰਿਵਿਊ ਕਰਨਾ ਜੋ ਹਾਈ ਕੋਰਟ ਦੇ ਦੁਆਰਾ ਡਿਸਾਈਡ ਕੀਤੇ ਗਏ ਨੇ? ਨਹੀਂ ਜੀ। ਸੋ ਫਿਰ ਐਟ ਦ ਐਂਡ ਸਾਡੇ ਜੁਡੀਸ਼ੀਅਲ ਰਿਵਿਊ ਕੀ ਹੁੰਦਾ ਹੈ? ਕੈਨ ਡਿਕਲੇਅਰ ਇਲੀਗਲ ਐਨੀ ਲਾਅ ਆਫ ਸਟੇਟ, ਕਹਿੰਦੇ ਜੋ ਸਟੇਟ ਹੈ ਸਾਡੀ ਕੰਟਰੀ ਦੇ ਦੁਆਰਾ ਕੋਈ ਐਸਾ ਲਾਅ ਬਣਾਇਆ ਗਿਆ ਹੈ ਜਿਸ ਨੂੰ ਜੋ ਕੀ ਲੱਗਦਾ ਇਲੀਗਲ ਹੈ, ਸੋ ਉਸ ਲਾਅ ਨੂੰ ਇਲੀਗਲ ਡਿਕਲੇਅਰ ਕਰਨਾ ਹੀ ਕੀ ਹੈ? ਜੁਡੀਸ਼ੀਅਲ ਰਿਵਿਊ ਹੈ। ਅਗਰ ਕੋਈ ਐਸਾ ਲਾਅ ਲੱਗੇ ਕਿ ਉਹ ਸਾਡੇ ਸੰਵਿਧਾਨ ਨੂੰ ਵਾਇਲੇਟ ਕਰ ਰਿਹਾ ਜਾਂ ਸਾਡੇ ਫੰਡਾਮੈਂਟਲ ਰਾਈਟਸ ਨੂੰ ਵਾਇਲੇਟ ਕਰ ਰਿਹਾ ਜਾਂ ਵਟਐਵਰ, ਸੋ ਫੰਡਾਮੈਂਟਲ ਰਾਈਟਸ ਨੂੰ ਵਾਇਲੇਟ ਕਰਨ ਵਾਲੇ ਲਾਅਸ ਨੂੰ ਆਪਾਂ ਬਾਅਦ ਦੇ ਵਿੱਚ ਗੱਲ ਕਰਦੇ ਹਾਂ ਅੰਡਰ ਆਰਟੀਕਲ 13, ਬਟ ਕੋਈ ਕਨਸਟੀਟਿਊਸ਼ਨਲ ਅਮੈਂਡਮੈਂਟ ਐਸੀ ਆ ਰਹੀ ਹੈ, ਠੀਕ ਹੈ, ਜੋ ਕੀ ਹੈ ਇਲੀਗਲ ਲੱਗ ਰਹੀ ਹੈ, ਠੀਕ ਹੈ, ਸੋ ਉਹਨਾਂ ਦਾ ਕੀ ਕੀਤਾ ਜਾ ਸਕਦਾ ਹੈ? ਜੁਡੀਸ਼ੀਅਲ ਰਿਵਿਊ ਕੀਤਾ ਜਾ ਸਕਦਾ ਹੈ ਸੁਪਰੀਮ ਕੋਰਟ ਦੇ ਦੁਆਰਾ ਉਹਨਾਂ ਇਸ਼ੂਜ਼ ਨੂੰ ਕੀ ਕਰਨ ਦੇ ਲਈ, ਲਾਅਸ ਨੂੰ ਕੀ ਕਰਨ ਦੇ ਲਈ? ਇਲੀਗਲ ਡਿਕਲੇਅਰ ਕਰਨ ਦੇ ਲਈ। ਸੋ ਜੁਡੀਸ਼ੀਅਲ ਰਿਵਿਊ ਦਾ ਮਤਲਬ ਕੀ ਹੈ ਕਿ ਕਿਸੇ ਲਾਅ ਨੂੰ ਇਲੀਗਲ ਡਿਕਲੇਅਰ ਕਰਨਾ, ਦਿਸ ਇਜ਼ ਕਾਲਡ ਅ ਜੁਡੀਸ਼ੀਅਲ ਰਿਵਿਊ ਬਾਈ ਸੁਪਰੀਮ ਕੋਰਟ। ਇਸ ਤੋਂ ਇਲਾਵਾ ਮੈਂ ਗੱਲ ਕੀਤੀ ਸੀ ਪਿੱਛੇ ਫੰਡਾਮੈਂਟਲ ਰਾਈਟਸ, ਅਗਰ ਕੋਈ ਲਾਅ ਐਸਾ ਬਣ ਰਿਹਾ ਹੈ ਜੋ ਸਾਡੇ ਫੰਡਾਮੈਂਟਲ ਰਾਈਟਸ ਦੇ ਨਾਲ ਇਨਕਨਸਿਸਟ ਕਰ ਰਿਹਾ ਹੈ, ਠੀਕ ਹੈ, ਜੇ ਸਾਡੇ ਫੰਡਾਮੈਂਟਲ ਰਾਈਟਸ ਨੂੰ ਵਾਇਲੇਟ ਕਰ ਰਿਹਾ ਹੈ, ਤਾਂ ਉਸ ਦਾ ਜੁਡੀਸ਼ੀਅਲ ਰਿਵਿਊ ਕਿਸ ਆਰਟੀਕਲ ਦੇ ਅੰਡਰ ਹੁੰਦਾ ਹੈ? ਉਸ ਦਾ ਜੁਡੀਸ਼ੀਅਲ ਰਿਵਿਊ ਹੁੰਦਾ ਹੈ ਜੀ ਆਰਟੀਕਲ 13 ਦੇ ਅੰਡਰ, ਬਟ ਇਸ ਦੇ ਵਿੱਚ ਸਾਡੀ ਕਨਸਟੀਟਿਊਸ਼ਨਲ ਅਮੈਂਡਮੈਂਟ ਇਨਕਲੂਡਡ ਨਹੀਂ ਹੈ। ਅਗਰ ਕੋਈ ਐਸੀ ਕਨਸਟੀਟਿਊਸ਼ਨਲ ਅਮੈਂਡਮੈਂਟ ਹੋ ਰਹੀ ਹੈ, ਕੋਈ ਸੰਵਿਧਾਨਿਕ ਸੋਧ ਐਸੀ ਹੋ ਰਹੀ ਹੈ ਜਿਸ ਦੇ ਦੁਆਰਾ ਅਸੀਂ ਕੋਈ ਕਨਸਟੀਟਿਊਸ਼ਨਲ ਅਮੈਂਡਮੈਂਟ ਸੰਵਿਧਾਨਿਕ ਸੋਧ ਐਸੀ ਹੋ ਰਹੀ ਹੈ ਜਿਸ ਦੇ ਨਾਲ ਸਾਡੇ ਫੰਡਾਮੈਂਟਲ ਰਾਈਟਸ ਵਾਇਲੇਟ ਹੋ ਰਹੇ ਹਨ, ਤਾਂ ਉਸ ਦਾ ਜੁਡੀਸ਼ੀਅਲ ਰਿਵਿਊ ਅੰਡਰ ਆਰਟੀਕਲ 13 ਨਹੀਂ ਕੀਤਾ ਜਾਏਗਾ। ਸੋ ਹੋਪਫੁਲੀ ਕਲੀਅਰ ਹੋਣਗੇ ਕੁਐਸਚਨਸ। ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਜੀ, ਦੇਖੋ ਇਸ ਕੁਐਸਚਨ ਨੂੰ ਅਗਰ ਲੰਬਾ ਪੜੋ ਤਾਂ ਬਹੁਤ ਲੰਬਾ ਲੱਗੇਗਾ, ਅਗਰ ਮੈਂ ਸਿੰਪਲ ਵਰਡਸ ਦੇ ਵਿੱਚ ਵੀ ਇਹਨਾਂ ਨੂੰ ਤੁਹਾਨੂੰ ਦੱਸਾਂਗੀ ਕਿ ਇਹਦਾ ਮਤਲਬ ਕੀ ਹੈ। ਫਸਟਲੀ ਆਪਾਂ ਕੁਐਸਚਨ ਨੂੰ ਰੀਡ ਕਰਾਂਗੇ ਕਿ ਕੁਐਸਚਨ ਦੀ ਡਿਮਾਂਡ ਕੀ ਹੈ। ਫਿਫਥ ਕੁਐਸਚਨ ਐਸ ਦੀ ਸੀਰੀਜ਼ ਦਾ ਕੁਐਸਚਨ ਕੀ ਹੈ, ਕਹਿੰਦੇ ਅੰਡਰ ਵਿਚ ਆਰਟੀਕਲ ਆਫ ਇੰਡੀਅਨ ਕਨਸਟੀਟਿਊਸ਼ਨ ਡਿਡ ਪ੍ਰੈਜ਼ੀਡੈਂਟ ਮੇਕ ਅ ਰੈਫਰੈਂਸ ਟੂ ਦ ਸੁਪਰੀਮ ਕੋਰਟ to seek court's opinion on the constitutional validity of the elections commission decision on deferring the ठीक है जी। सो ਇਹ ਕੁਐਸਚਨ ਹੈ, ਬਸ ਮੈਂ ਇੱਕ ਸਿੰਪਲ ਵਰਡਸ ਦੇ ਵਿੱਚ ਤੁਹਾਨੂੰ ਦੱਸਾਂਗੀ ਕਿ ਜਦੋਂ ਪ੍ਰੈਜ਼ੀਡੈਂਟ ਐਡਵਾਈਸ ਲੈਂਦਾ ਹੈ ਸੁਪਰੀਮ ਕੋਰਟ ਦੀ ਤਾਂ ਉਹ ਕਿਸ ਆਰਟੀਕਲ ਦੇ ਅੰਡਰ ਲੈਂਦਾ, ਠੀਕ ਹੈ ਜੀ। ਸੋ ਸੁਪਰੀਮ ਕੋਰਟ ਦੀ ਐਡਵਾਈਸ ਪ੍ਰੈਜ਼ੀਡੈਂਟ ਹੈ ਜੋ ਉਹ ਕਿਸ ਆਰਟੀਕਲ ਦੇ ਅੰਡਰ ਲੈਂਦਾ, ਠੀਕ ਹੈ, ਜਿਸ ਨੂੰ ਸੁਪਰੀਮ ਕੋਰਟ ਦੀ ਐਡਵਾਈਜ਼ਰੀ ਯੂਰਿਸਡਿਕਸ਼ਨ ਵੀ ਕਿਹਾ ਜਾਂਦਾ ਹੈ। ਕਿਹੜੀ ਯੂਰਿਸਡਿਕਸ਼ਨ? ਐਡਵਾਈਜ਼ਰੀ ਯੂਰਿਸਡਿਕਸ਼ਨ ਕਿਹਾ ਜਾਂਦਾ ਹੈ। ਕਿਸ ਆਰਟੀਕਲ ਦੇ ਅੰਡਰ ਦਿੱਤੀ ਜਾਂਦੀ ਹੈ? ਇਹ ਦਿੱਤੀ ਜਾਂਦੀ ਹੈ ਜੀ ਆਪਸ਼ਨ ਬੀ 143 ਆਰਟੀਕਲ ਦੇ ਅੰਡਰ। ਇਸ ਦੇ ਆਰਟੀਕਲ ਦੇ ਅੰਡਰ ਪ੍ਰੈਜ਼ੀਡੈਂਟ ਸੁਪਰੀਮ ਕੋਰਟ ਕੋਲ ਐਡਵਾਈਸ ਲੈਂਦਾ, ਠੀਕ ਹੈ ਜੀ। ਸੋ ਐਡਵਾਈਜ਼ਰੀ ਯੂਰਿਸਡਿਕਸ਼ਨ ਆਫ ਸੁਪਰੀਮ ਕੋਰਟ ਅੰਡਰ ਆਰਟੀਕਲ 143। ਸੋ ਨੈਕਸਟ ਕੁਐਸਚਨ ਹੈ ਜੀ ਅੱਜ ਦੀ ਸੀਰੀਜ਼ ਦਾ, ਕਹਿੰਦੇ ਹੂ ਇਜ਼ ਅ ਕਨਸਟੀਟਿਊਸ਼ਨਲ ਹੈਡ ਆਫ ਸਟੇਟ ਗਵਰਨਮੈਂਟ। ਦੇਖੋ ਜਦੋਂ ਵੀ ਆਪਾਂ ਪੜ੍ਹਦੇ ਹਾਂ, ਜਦੋਂ ਪੋਲਿਟੀ ਪੜ੍ਹਦੇ ਹਾਂ ਤਾਂ ਆਪਾਂ ਦੋ ਕੁਐਸਚਨਸ ਨੂੰ ਬਹੁਤ ਦੇਖਦੇ ਹਾਂ। ਫਰਸਟ ਵਨ ਇਜ਼ ਹੂ ਇਜ਼ ਅ ਹੈਡ ਆਫ ਸਟੇਟ, ਸੈਕੰਡ ਵਨ ਇਜ਼ ਹੂ ਇਜ਼ ਹੈਡ ਆਫ ਗਵਰਨਮੈਂਟ। ਹੁਣ ਹੈਡ ਆਫ ਸਟੇਟ, ਹੈਡ ਆਫ ਗਵਰਨਮੈਂਟ ਕੀ ਨੇ? ਅਗਰ ਆਪਾਂ ਪੂਰੀ
ਕੰਟਰੀ ਦੀ ਗੱਲ ਕਰੀਏ, ਕੰਟਰੀ ਨੂੰ ਰਿਪਰੈਜ਼ੈਂਟ ਕਰੀਏ ਸਟੇਟ ਦੇ ਨਾਲ, ਤਾਂ ਹੂ ਇਜ਼ ਹੈਡ ਆਫ ਸਟੇਟ, ਹੂ ਇਜ਼ ਹੈਡ ਆਫ ਆਰ ਕੰਟਰੀ, ਨਾਮ ਆਂਦਾ ਹੈ ਜੀ ਫਸਟ ਸਿਟੀਜ਼ਨ ਆਫ ਇੰਡੀਆ, ਤਾਂ ਆंसर ਆਏਗਾ ਜੀ ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ ਇਜ਼ ਹੈਡ ਆਫ ਸਟੇਟ, ਠੀਕ ਹੈ ਜੀ, ਹੈਡ ਆਫ ਸਟੇਟ ਕੌਣ ਹੁੰਦਾ ਹੈ ਜੀ, ਪ੍ਰੈਜ਼ੀਡੈਂਟ। ਅਗਰ ਪੁੱਛਿਆ ਜਾਵੇ ਹੂ ਇਜ਼ ਹੈਡ ਆਫ ਗਵਰਨਮੈਂਟ, ਕਿ ਗਵਰਨਮੈਂਟ ਦਾ ਹੈਡ ਕੌਣ ਹੈ, ਤਾਂ ਆंसर ਆਏਗਾ ਜੀ ਸਾਡਾ ਪ੍ਰਾਈਮ ਮਿਨਿਸਟਰ। ਬਟ ਹੁਣ ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ, ਕੁਐਸਚਨ ਦੇ ਪੁੱਛਿਆ ਗਿਆ ਹੈ ਕਿ ਹੂ ਇਜ਼ ਹੈਡ ਆਫ ਸਟੇਟ ਗਵਰਨਮੈਂਟ, ਕਹਿੰਦੇ ਅਗਰ ਆਪਾਂ ਗੱਲ ਕਰੀਏ ਸੌਰੀ ਹੂ ਇਜ਼ ਕਨਸਟੀਟਿਊਸ਼ਨਲ ਹੈਡ ਆਫ ਸਟੇਟ ਗਵਰਨਮੈਂਟ, ਅਗਰ ਆਪਾਂ ਕਿਸੇ ਸਟੇਟ ਦੇ ਹੈਡ ਆਫ ਕਨਸਟੀਟਿਊਸ਼ਨ ਦੀ ਗੱਲ ਕਰੀਏ ਤਾਂ ਨਾਮ ਕਿਹਦਾ ਆਏਗਾ, ਤਾਂ ਆंसर ਹੋਏਗਾ ਆਪਸ਼ਨ ਬੀ, ਠੀਕ ਹੈ ਜੀ, ਗਵਰਨਰ ਇਜ਼ ਕਨਸਟੀਟਿਊਸ਼ਨਲ ਹੈਡ ਆਫ ਸਟੇਟ ਗਵਰਨਮੈਂਟ। ਅਗਰ ਹੂ ਇਜ਼ ਦ ਹੈਡ ਆਫ ਸਟੇਟ ਗਵਰਨਮੈਂਟ ਤਾਂ ਆंसर ਹੋਏਗਾ ਚੀਫ ਮਿਨਿਸਟਰ। ਬਟ ਅਗਰ ਪੁੱਛਿਆ ਜਾਵੇ ਕਨਸਟੀਟਿਊਸ਼ਨਲ ਹੈਡ ਤਾਂ ਆंसर ਹੋਏਗਾ ਗਵਰਨਰ, ਠੀਕ ਹੈ ਜੀ। ਗਵਰਨਰ ਦੀ ਗੱਲ ਅੰਡਰ ਆਰਟੀਕਲ 153 ਕੀਤੀ ਜਾਂਦੀ ਹੈ। ਜੋ ਗਵਰਨਰ ਨੇ ਉਹਨਾਂ ਨੂੰ ਅਪਾਇੰਟ ਕੀਤਾ ਜਾਂਦਾ ਹੈ, ਨਾ ਕਿ ਚੁਣਿਆ ਜਾਂਦਾ ਹੈ, ਉਹਨਾਂ ਨੂੰ ਅਪਾਇੰਟ ਕੀਤਾ ਜਾਂਦਾ ਹੈ ਪ੍ਰੈਜ਼ੀਡੈਂਟ ਦੇ ਦੁਆਰਾ। ਹੀ ਇਜ਼ ਅ ਸੈਂਟਰ ਦਾ ਕੀ ਹੁੰਦੇ ਨੇ, ਇਹ ਇੱਕ ਏਜੰਟ ਹੁੰਦਾ ਹੈ ਜੋ ਸਾਡਾ ਗਵਰਨਰ ਹੁੰਦਾ ਹੈ, ਪ੍ਰੈਜ਼ੀਡੈਂਟ ਦੇ ਦੁਆਰਾ ਅਪਾਇੰਟ ਕੀਤਾ ਜਾਂਦਾ ਹੈ। ਅੰਡਰ ਦ ਪਲੇਜ਼ਰ ਆਫ ਪ੍ਰੈਜ਼ੀਡੈਂਟ ਇਹ ਕੰਮ ਕਰਦੇ ਨੇ, ਤੇ ਇਹ ਆਪਣਾ ਰਿਜ਼ਾਈਨ ਵੀ ਕਿਸ ਨੂੰ ਦਿੰਦੇ ਨੇ, ਪ੍ਰੈਜ਼ੀਡੈਂਟ ਨੂੰ ਦਿੰਦੇ ਨੇ। ਆਲਮੋਸਟ ਸੇਮ ਪਾਵਰਸ ਹੁੰਦੀਆਂ ਨੇ ਗਵਰਨਰ ਕੋਲ ਜੋ ਕਿਸੇ ਪ੍ਰੈਜ਼ੀਡੈਂਟ ਕੋਲ ਹੁੰਦੀਆਂ ਨੇ, ਬਸ। ਬਟ ਹਾਂ ਇਸ ਦੇ ਕੋਲ ਜੋ ਪਾਰਡਨ ਪਾਵਰ ਹੈ ਉਸ ਦੇ ਵਿੱਚ ਜੋ ਪਾਵਰ ਹੈ ਕਿ ਸੈਂਟੈਂਸ ਟੂ ਡੈਥ, ਠੀਕ ਹੈ ਜੀ, ਪਾਰਡਨ ਪਾਵਰ ਹੈ ਸੈਂਟੈਂਸ ਟੂ ਡੈਥ, ਉਹ ਕੀ ਹੈ ਸਾਡੇ ਗਵਰਨਰ ਕੋਲ ਨਹੀਂ ਹੈ। ਇਸ ਤੋਂ ਇਲਾਵਾ ਡਿਪਲੋਮੈਟਿਕ ਪਾਵਰ, ਡਿਪਲੋਮੈਟਿਕ ਪਾਵਰ ਐਂਡ ਸੈਂਟੈਂਸ ਟੂ ਡੈਥ ਨੂੰ ਮਾਫ ਕਰਨ ਦੀ ਪਾਵਰ, ਇਹ ਦੋ ਪਾਵਰਸ ਹੈ ਨਹੀਂ ਹੈ ਗਵਰਨਰ ਕੋਲ ਜੋ ਕਿ ਪ੍ਰੈਜ਼ੀਡੈਂਟ ਕੋਲ ਹੈ। ਬਾਕੀ ਸੇਮ ਰੋਲ ਜਿਸ ਤਰੀਕੇ ਦੇ ਪ੍ਰੈਜ਼ੀਡੈਂਟ ਦੇ ਹੁੰਦੇ ਨੇ ਪਾਵਰਸ, ਉਹ ਸੇਮ ਹੀ ਕਿਹਦੇ ਕੋਲ ਹੁੰਦੀਆਂ ਨੇ, ਸਾਡੇ ਗਵਰਨਰ ਕੋਲ ਹੁੰਦੀਆਂ ਨੇ। ਸੋ ਗਵਰਨਰ ਕੀ ਕਰ ਸਕਦਾ ਹੈ, ਐਮਰਜੈਂਸੀ ਘੋਸ਼ਿਤ ਕਰਨ ਦੇ ਵਿੱਚ ਵੀ ਪ੍ਰੈਜ਼ੀਡੈਂਟ ਨੂੰ ਇੱਕ ਰਿਪੋਰਟ ਸਬਮਿਟ ਕਰਵਾ ਸਕਦਾ ਹੈ ਅੰਡਰ ਆਰਟੀਕਲ 356, ਜਿਹਦੇ ਨਾਲ ਸਟੇਟ ਦੇ ਵਿੱਚ ਕੀ ਲੱਗਦੀ ਹੈ, ਐਮਰਜੈਂਸੀ ਲੱਗਦੀ ਹੈ। ਸੋ ਨੈਕਸਟ ਕੁਐਸਚਨ ਹੈ ਜੀ ਅੱਜ ਦੀ ਸੀਰੀਜ਼ ਦਾ, ਕਹਿੰਦੇ ਦ ਫਰਸਟ ਲੇਡੀ ਟੂ ਬਿਕਮ ਅ ਗਵਰਨਰ ਆਫ ਸਟੇਟ ਇਨ ਇੰਡੀਆ। ਦੇਖੋ ਇੱਕ ਸਟੈਟਿਕ ਜਿਹਾ ਕੁਐਸਚਨ ਹੈ, ਬਟ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਐਗਜ਼ਾਮ ਦੇ ਵਿੱਚ। ਕਹਿੰਦੇ ਪਹਿਲੀ ਲੇਡੀ ਕੌਣ ਹੈ, ਕਹਿੰਦੇ ਦ ਫਰਸਟ ਲੇਡੀ ਟੂ ਬਿਕਮ ਅ ਗਵਰਨਰ ਆਫ ਸਟੇਟ ਇਨ ਇੰਡੀਆ। ਕਹਿੰਦੇ ਕਿਸੇ ਸਟੇਟ ਦੀ ਗਵਰਨਰ ਪਹਿਲੀ ਲੇਡੀ ਕੌਣ ਬਣੀ ਸੀ, ਹੂ ਵਾਜ਼ ਅ ਫਰਸਟ ਲੇਡੀ ਆਫ ਪ੍ਰਾਈਮ ਮਿਨਿਸਟਰ ਆਫ ਇੰਡੀਆ, ਹੂ ਵਾਜ਼ ਅ ਫਰਸਟ ਚੀਫ ਮਿਨਿਸਟਰ ਆਫ ਪੰਜਾਬ, ਲੇਡੀ ਹੂ ਵਾਜ਼ ਅ ਫਰਸਟ ਲੇਡੀ ਚੀਫ ਮਿਨਿਸਟਰ ਆਫ ਪੰਜਾਬ, ਹੂ ਵਾਜ਼ ਅ ਫਰਸਟ ਆਈਪੀਐਸ ਲੇਡੀ ਆਫ ਪੰਜਾਬ। ਲਾਈਕ ਇਸ ਤਰੀਕੇ ਦੇ ਜਿੱਥੇ ਫਰਸਟ ਆ ਗਏ ਉਹ ਬਹੁਤ ਇੰਪੋਰਟੈਂਟ ਹੋ ਜਾਂਦੇ ਨੇ। ਹੁਣ ਫਰਸਟ ਲੇਡੀ ਗਵਰਨਰ ਆਫ ਸਟੇਟ ਇੰਡੀਆ ਦੀ ਕੌਣ ਬਣੇ ਸਨ, ਆਪਸ਼ਨ ਸੀ ਇਜ਼ ਅ ਰਾਈਟ ਆਂਸਰ, ਸਰੋਜਨੀ ਨਾਇਡੂ, ਠੀਕ ਹੈ ਜੀ। ਕੌਣ ਬਣੇ ਸਨ, ਸਰੋਜਨੀ ਨਾਇਡੂ। ਐਂਡ ਸਰੋਜਨੀ ਨਾਇਡੂ ਦੇਖੋ ਇੱਕ ਤਾਂ ਆਪਾਂ ਗੱਲ ਕਰ ਲਈ ਕਿ ਉਹ ਪਹਿਲੀ ਲੇਡੀ ਸਨ ਇੰਡੀਆ ਦੀ ਜੋ ਕੀ ਬਣੇ ਸਨ, ਗਵਰਨਰ ਆਫ ਸਟੇਟ ਬਣੇ ਸਨ। ਇਸ ਤੋਂ ਇਲਾਵਾ 1925 ਦੇ ਵਿੱਚ ਫਰਸਟ ਇੰਡੀਅਨ ਲੇਡੀ, ਠੀਕ ਹੈ ਜੀ, ਫਰਸਟ ਇੰਡੀਅਨ ਲੇਡੀ ਬਣੇ ਸਨ ਜੋ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੀ ਬਣੇ ਸਨ, ਪ੍ਰੈਜ਼ੀਡੈਂਟ ਬਣੇ ਸਨ। ਇਸ ਤੋਂ ਇਲਾਵਾ ਓਨਲੀ ਲੇਡੀ ਸਨ ਜਿਨ੍ਹਾਂ ਨੇ ਸਿਵਲ ਡਿਸਓਬੀਡੈਂਸ ਮੂਵਮੈਂਟ, ਸਿਵਲ ਡਿਸਓਬੀਡੈਂਸ ਮੂਵਮੈਂਟ ਜੋ ਕਿ 1930 ਦੇ ਵਿੱਚ ਗਾਂਧੀ ਜੀ ਨੇ ਡਾਂਡੀ ਮਾਰਚ ਦੇ ਨਾਲ ਸਟਾਰਟ ਕੀਤੀ ਸੀ। ਉਸ ਦੇ ਵਿੱਚ ਕਿੰਨੇ ਡੈਲੀਗੇਟ ਸਨ, 72 ਡੈਲੀਗੇਟਸ ਸਨ, ਉਹਨਾਂ ਦੇ ਵਿੱਚੋਂ ਇੱਕ ਸਰੋਜਨੀ ਨਾਇਡੂ ਵੀ ਸਨ, ਠੀਕ ਹੈ ਜੀ। ਉਹਨਾਂ ਦੇ ਵਿੱਚ ਕੌਣ ਸਨ, ਇੱਕ ਸਰੋਜਨੀ ਨਾਇਡੂ ਵੀ ਸਨ। ਹੂ ਵਾਜ਼ ਦ ਫਰਸਟ ਪ੍ਰਾਈਮ ਮਿਨਿਸਟਰ ਆਫ, ਲੇਡੀ ਪ੍ਰਾਈਮ ਮਿਨਿਸਟਰ ਆਫ ਇੰਡੀਆ, ਤਾਂ ਕੌਣ ਆਣਗੇ, ਇੰਦਰਾ ਗਾਂਧੀ ਆਉਣਗੇ। ਸੋ ਨੈਕਸਟ ਕੁਐਸਚਨ ਹੈ, ਕਹਿੰਦੇ ਦ ਗਵਰਨਰ ਆਫ ਸਟੇਟ। ਕਹਿੰਦੇ ਜੇ ਆਪਾਂ ਗਵਰਨਰ ਦੀ ਗੱਲ ਕਰੀਏ, ਗਵਰਨਰ ਦੀ ਕੀ ਹੀ ਡੈਫੀਨੇਸ਼ਨ ਦੇ ਸਕਦੇ ਹਾਂ। ਗਵਰਨਰ ਆਫ ਸਟੇਟ ਪਹਿਲੀ ਕਹਿੰਦੇ ਇਜ਼ ਅਪਾਇੰਟਡ ਬਾਈ ਪ੍ਰੈਜ਼ੀਡੈਂਟ, ਬਿਲਕੁਲ ਸਹੀ ਜੀ, ਇਹ ਪ੍ਰੈਜ਼ੀਡੈਂਟ ਦੇ ਦੁਆਰਾ ਹੀ ਅਪਾਇੰਟ ਕੀਤੇ ਜਾਂਦੇ ਨੇ ਗਵਰਨਰ। ਹੋਲਡ ਆਫਿਸ ਡਿਊਰਿੰਗ ਦਾ ਪਲੇਜ਼ਰ ਆਫ ਪ੍ਰੈਜ਼ੀਡੈਂਟ, ਜਿਵੇਂ ਮੈਂ ਆਲਰੇਡੀ ਡਿਸਕਸ ਕਰ ਚੁੱਕੀ ਹਾਂ, ਠੀਕ ਹੈ, ਇਹੀ ਪ੍ਰੈਜ਼ੀਡੈਂਟ ਦੀ ਪਲੇਜ਼ਰ ਦੇ ਅੰਡਰ ਹੀ ਆਪਣਾ ਆਫਿਸ ਹੋਲਡ ਕਰਦੇ ਨੇ। ਨੈਕਸਟ ਇਜ਼ ਦਾ ਹੈਡ ਆਫ ਸਟੇਟ ਐਗਜ਼ੀਕਿਊਟਿਵ ਪਾਵਰ। ਮੈਂ ਤੁਹਾਨੂੰ ਦੱਸਿਆ ਕਿ ਜਿੰਨੀਆਂ ਵੀ ਪਾਵਰਸ ਪ੍ਰੈਜ਼ੀਡੈਂਟ ਦੀਆਂ ਨੇ, ਦੋ ਪਾਵਰਸ ਨੂੰ ਛੱਡ ਕੇ ਸੇਮ ਪਾਵਰਸ ਪ੍ਰੈਜ਼ੀਡੈਂਟ ਦੀਆਂ ਨੇ। ਇਸ ਤਰੀਕੇ ਦੇ ਨਾਲ, ਜਿਸ ਤਰੀਕੇ ਨਾਲ ਪ੍ਰੈਜ਼ੀਡੈਂਟ ਕੋਲ ਐਗਜ਼ੀਕਿਊਟਿਵ ਪਾਵਰ, ਐਗਜ਼ੀਕਿਊਟਿਵ ਹੈਡ ਹੈ, ਉਸੇ ਤਰੀਕੇ ਦੇ ਨਾਲ ਸਟੇਟ ਦੇ ਵਿੱਚ ਗਵਰਨਰ ਹੈ। ਨੈਕਸਟ ਹੈ ਕਹਿੰਦੇ ਨਾਰਮਲੀ ਹੋਲਡਸ ਆਫਿਸ ਫॉर 5 ਈਅਰ। ਕਹਿੰਦੇ ਜੇਕਰ ਆਪਾਂ ਅੰਡਰ ਪਲੇਜ਼ਰ ਦੀ ਨਾ ਗੱਲ ਕਰੀਏ
ਤੇ ਇਹਦਾ ਟੈਨਿਓਰ ਕਿੰਨਾ ਹੁੰਦਾ ਹੈ? ਟੈਨਿਓਰ ਹੁੰਦਾ ਹੈ ਜੀ ਇਹਦਾ 5 ਸਾਲ। ਸੋ all statements are right. Option D is the right answer. So next question ਹੈ ਜੀ ਅੱਜ ਦੀ ਸੀਰੀਜ਼ ਦਾ ਸਾਡਾ, ਕਹਿੰਦੇ according to which article of constitution India the chief minister is appointed by the governor state? important, ਬਹੁਤ important question ਹੈ। ਕਹਿੰਦੇ ਕਿਸ ਆਰਟੀਕਲ ਦੇ ਅੰਡਰ ਸਾਡੇ ਚੀਫ ਮਿਨਿਸਟਰ ਨੂੰ ਅਪਾਇੰਟ ਕੀਤਾ ਜਾਂਦਾ ਹੈ ਗਵਰਨਰ ਦੇ ਦੁਆਰਾ? ਸਭ ਨੂੰ ਪਤਾ ਹੋਏਗਾ ਕਿ ਜੇ ਆਪਾਂ ਸੈਂਟਰ ਦੀ ਗੱਲ ਕਰੀਏ ਤਾਂ ਦੋ ਆਰਟੀਕਲਸ ਅਸੀਂ ਬਹੁਤ ਇੰਪੋਰਟੈਂਟ ਕਹਿੰਦੇ ਆ, 74 ਐਂਡ 75। 74 ਆਰਟੀਕਲ ਕੀ ਕਹਿੰਦਾ ਹੈ ਕਿ ਪ੍ਰੈਜ਼ੀਡੈਂਟ ਵਿਦ ਦਾ ਏਡ ਐਂਡ ਐਡਵਾਈਸ ਆਫ ਪ੍ਰਾਈਮ ਮਿਨਿਸਟਰ ਐਂਡ ਕਾਉਂਸਿਲ ਆਫ ਮਿਨਿਸਟਰ ਦੀ ਏਡ ਐਂਡ ਐਡਵਾਈਸ ਦੇ ਨਾਲ ਹੀ ਕੰਮ ਕਰਦਾ ਹੈ। ਆਰਟੀਕਲ 75 ਕੀ ਕਹਿੰਦਾ ਹੈ ਕਿ ਜੋ ਸਾਡਾ ਪ੍ਰਾਈਮ ਮਿਨਿਸਟਰ ਹੈ ਉਸ ਨੂੰ ਅਪਾਇੰਟ ਕੀਤਾ ਜਾਂਦਾ ਹੈ ਪ੍ਰੈਜ਼ੀਡੈਂਟ ਦੇ ਦੁਆਰਾ, ਤੇ ਕਾਉਂਸਿਲ ਆਫ ਮਿਨਿਸਟਰਸ ਨੂੰ ਅਪਾਇੰਟ ਕੀਤਾ ਜਾਂਦਾ ਹੈ ਪ੍ਰੈਜ਼ੀਡੈਂਟ ਦੇ ਦੁਆਰਾ ਵਿਦ ਏਡ ਐਂਡ ਐਡਵਾਈਸ ਆਫ ਪ੍ਰਾਈਮ ਮਿਨਿਸਟਰ। ਸੋ ਇਸੇ ਤਰੀਕੇ ਦੇ ਨਾਲ ਸਾਡੇ ਗਵਰਨਰ ਦੇ ਕਹਿਣ ਦੇ ਉੱਤੇ ਜਾਂ ਗਵਰਨਰ ਦੇ ਦੁਆਰਾ ਸੀਐਮ ਨੂੰ ਅਪਾਇੰਟ ਕੀਤਾ ਜਾਂਦਾ ਹੈ ਅੰਡਰ ਆਰਟੀਕਲ 164 ਐਂਡ ਵਿਦ ਜੋ ਗਵਰਨਰ ਹੈ ਉਹ ਅੰਡਰ ਆਰਟੀਕਲ 163 ਸੀਐਮ ਐਂਡ ਕਾਉਂਸਿਲ ਆਫ ਮਿਨਿਸਟਰ ਦੀ ਏਡ ਐਂਡ ਐਡਵਾਈਸ ਦੇ ਉੱਤੇ ਕੰਮ ਕਰਦਾ ਹੈ। ਸੋ ਇਸ ਕੁਐਸਚਨ ਦਾ ਆਨਸਰ ਹੋ ਜਾਏਗਾ ਜੀ ਆਪਸ਼ਨ ਬੀ, 164 ਇਜ਼ ਦਾ ਰਾਈਟ ਆਨਸਰ। ਸੋ ਸੈਂਟਰ ਦੇ ਨਾਲੋਂ ਕੀ ਹੈ ਜੀ ਸਾਡੀ ਸਟੇਟ ਪਿੱਛੇ ਚੱਲ ਰਹੀ ਹੈ, ਆਹ ਤੁਸੀਂ ਯਾਦ ਰੱਖਣ ਵਾਸਤੇ ਕਰ ਸਕਦੇ ਹੋ। ਨੈਕਸਟ ਕੁਐਸਚਨ ਹੈ ਜੀ, ਕਹਿੰਦੇ ਲੈਜਿਸਲੇਟਿਵ ਕਾਉਂਸਿਲ ਐਗਜ਼ਿਸਟ ਇਨ ਵਿਚ ਆਫ ਦਾ ਫੋਲੋਇੰਗ ਸਟੇਟ? ਜੇ ਆਪਾਂ ਸਟੇਟ ਲੈਜਿਸਲੇਚਰ ਦੀ ਗੱਲ ਕਰੀਏ ਤਾਂ ਆਪਾਂ ਦੋ ਹਾਊਸਿਸ ਦੇਖਦੇ ਹਾਂ, ਕਿਹੜੇ ਕਿਹੜੇ? ਇੱਕ ਲੈਜਿਸਲੇਟਿਵ ਅਸੈਂਬਲੀ ਐਂਡ ਇੱਕ ਲੈਜਿਸਲੇਟਿਵ ਕਾਉਂਸਿਲ। ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਮੈਕਸਿਮਮ ਕਿੰਨੇ ਮੈਂਬਰ ਹੋ ਸਕਦੇ ਨੇ ਕਿਸੇ ਸਟੇਟ ਦੇ ਵਿੱਚ? ਮੈਕਸਿਮਮ ਹੋ ਸਕਦੇ ਨੇ ਜੀ 500 ਮੈਂਬਰ, ਤੇ ਮਿਨੀਮਮ ਕਿੰਨੇ ਹੋ ਸਕਦੇ ਨੇ? 60 ਮੈਂਬਰ। ਲੈਜਿਸਲੇਟਿਵ ਕਾਉਂਸਿਲ ਦੀ ਗੱਲ ਕਰੀਏ ਤਾਂ ਲੈਜਿਸਲੇਟਿਵ ਕਾਉਂਸਿਲ ਦੇ ਵਿੱਚ ਮੈਕਸਿਮਮ ਕਿੰਨੇ ਮੈਂਬਰ ਹੋ ਸਕਦੇ ਨੇ? ਉਸ ਸਟੇਟ ਦੇ 1/3 ਮੈਂਬਰ ਆਫ ਦਾ ਲੈਜਿਸਲੇਟਿਵ ਅਸੈਂਬਲੀ, ਐਂਡ ਮਿਨੀਮਮ ਕਿੰਨੇ ਹੋ ਸਕਦੇ ਨੇ? ਮਿਨੀਮਮ 40 ਮੈਂਬਰ ਹੋ ਸਕਦੇ ਨੇ ਕਿਸੇ ਲੈਜਿਸਲੇਟਿਵ ਕਾਉਂਸਿਲ ਦੇ ਵਿੱਚ। ਹੁਣ ਕੁਐਸਚਨ ਕੀ ਹੈ ਕਿ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੀ ਸਟੇਟ ਦੇ ਵਿੱਚ ਲੈਜਿਸਲੇਟਿਵ ਕਾਉਂਸਿਲ ਹੈਗੀ ਹੈ? ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਇੰਡੀਆ ਦੀਆਂ ਸਿਰਫ 6 ਸਟੇਟਸ, 6 ਸਟੇਟਸ ਦੇ ਵਿੱਚ ਲੈਜਿਸਲੇਟਿਵ ਕਾਉਂਸਿਲ ਹੈ। ਉਹ 6 ਸਟੇਟਸ ਕਿਹੜੀਆਂ ਨੇ? ਯੂਪੀ, ਬਿਹਾਰ, ਮਹਾਰਾਸ਼ਟਰ, ਕਰਨਾਟਕਾ। ਠੀਕ ਹੈ ਜੀ, ਕਿਹੜੇ ਕਿਹੜੇ ਨੇ? ਇੱਕ ਯੂਪੀ ਹੈ, ਇੱਕ ਬਿਹਾਰ ਹੈ, ਇੱਕ ਮਹਾਰਾਸ਼ਟਰ, ਇੱਕ ਕਰਨਾਟਕ ਹੈ, ਇੱਕ ਸਾਡਾ ਆਂਧਰਾ ਪ੍ਰਦੇਸ਼ ਹੈ ਤੇ ਇੱਕ ਸਾਡਾ ਤੇਲੰਗਾਨਾ। ਸੋ ਇਹ 6 ਸਟੇਟਸ ਨੇ ਜਿਨ੍ਹਾਂ ਦੇ ਵਿੱਚ ਲੈਜਿਸਲੇਟਿਵ ਕਾਉਂਸਿਲ ਮਿਲਦੀ ਹੈ। ਇਹ 6 ਸਟੇਟਸ ਦੇ ਵਿੱਚੋਂ ਕੇਰਲ ਵੀ ਨਹੀਂ ਹੈ, ਹਿਮਾਚਲ ਪ੍ਰਦੇਸ਼ ਵੀ ਨਹੀਂ ਐਗਜ਼ਿਸਟ ਕਰਦੀ, ਦਿੱਲੀ ਵੀ ਨਹੀਂ ਕਰਦੀ, ਜਸਟ ਤੇ ਜਸਟ ਕਿਹੜੀ ਹੈ? ਬਿਹਾਰ ਦੇ ਵਿੱਚ ਆਪਸ਼ਨ ਡੀ ਇਜ਼ ਅ ਰਾਈਟ ਆਨਸਰ, ਓਨਲੀ 4 ਇਜ਼ ਅ ਰਾਈਟ ਆਨਸਰ। ਠੀਕ ਹੈ ਜੀ, ਸੋ ਇਹ 6 ਸਟੇਟਸ ਨੇ ਜਿਨ੍ਹਾਂ ਦੇ ਵਿੱਚ ਲੈਜਿਸਲੇਟਿਵ ਕਾਉਂਸਿਲ ਮਿਲਦੀ ਹੈ। ਅਗਰ ਤੁਸੀਂ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਬਣਨਾ ਹੈ ਤਾਂ ਘੱਟੋ ਘੱਟ ਉਮਰ 25 ਸਾਲ ਹੋਵੇ, ਜੇ ਲੈਜਿਸਲੇਟਿਵ ਕਾਉਂਸਿਲ ਦੇ ਮੈਂਬਰ ਬਣਨਾ ਹੈ ਤਾਂ ਘੱਟੋ ਘੱਟ ਉਮਰ ਤੁਹਾਡੀ 30 ਸਾਲ ਹੋਣੀ ਚਾਹੀਦੀ ਹੈ। ਨੈਕਸਟ ਕੁਐਸਚਨ ਹੈ ਜੀ ਅੱਜ ਦੀ ਸੀਰੀਜ਼ ਦਾ, ਕਹਿੰਦੇ ਦਾ ਏਜ ਆਫ ਰਿਟਾਇਰਮੈਂਟ ਆਫ ਹਾਈ ਕੋਰਟ ਆਫ ਜੱਜਿਸ, ਜਿਵੇਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ 65 ਸਾਲ ਉਮਰ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਦੇ ਜੱਜ ਦੀ, ਤਾਂ ਉਸੇ ਤਰੀਕੇ ਦੇ ਨਾਲ ਅਗਰ ਹਾਈ ਕੋਰਟ ਦੇ ਜੱਜ ਦੀ ਗੱਲ ਕਰੀਏ ਤਾਂ ਹਾਈ ਕੋਰਟ ਦੇ ਜੱਜ ਦੀ ਰਿਟਾਇਰਮੈਂਟ ਏਜ ਹੋਣੀ ਚਾਹੀਦੀ ਹੈ 62 ਇਅਰਸ। ਠੀਕ ਹੈ ਜੀ, 62 ਸਾਲ ਹੋਣੀ ਚਾਹੀਦੀ ਹੈ। ਨੈਕਸਟ ਕਹਿੰਦੇ ਰਿਲੇਸ਼ਨ ਆਫ ਸੈਂਟਰ ਸਟੇਟ ਲਾਈਜ਼ ਇਨ ਵਿਚ ਆਫ ਦਾ ਫੋਲੋਇੰਗ ਸ਼ਡਿਊਲਸ? ਕਹਿੰਦੇ ਜੇ ਆਪਾਂ ਸਟੇਟ ਤੇ ਸੈਂਟਰ ਦੇ ਰਿਲੇਸ਼ਨਸ ਦੀ ਗੱਲ ਕਰੀਏ ਤਾਂ ਤੁਹਾਨੂੰ ਕਿਸ ਸ਼ਡਿਊਲਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ? ਪਹਿਲਾਂ ਦੇਖੋ, ਜੇ ਨਹੀਂ ਵੀ ਪਤਾ ਤਾਂ ਵੀ ਐਲੀਮੀਨੇਟ ਕਰਕੇ ਦੇਖ ਸਕਦੇ ਹੋ। ਸਾਨੂੰ ਪਤਾ ਹੈ ਕਿ 9th ਸ਼ਡਿਊਲ ਕਿਸ ਤੇ ਰਿਗਾਰਡਿੰਗ ਹੈ? ਲੈਂਡਸ ਰਿਫਾਰਮਸ ਤੇ ਰਿਗਾਰਡਿੰਗ ਹੈ। 6th ਸ਼ਡਿਊਲ ਕਿਸ ਤੇ ਰਿਗਾਰਡਿੰਗ ਹੈ ਜੀ? ਸ਼ਡਿਊਲ ਏਰੀਆਜ਼ ਐਂਡ ਸ਼ਡਿਊਲ ਟ੍ਰਾਈਬਸ ਦੇ ਰਿਗਾਰਡਿੰਗ ਹੈ। 8th ਸ਼ਡਿਊਲ ਸਾਨੂੰ ਪਤਾ ਹੈ ਕਿ ਲੈਂਗੁਏਜਸ ਦੇ ਰਿਗਾਰਡਿੰਗ ਹੈ। ਤਾਂ 7th ਸ਼ਡਿਊਲ ਫੈਡਰਲ ਸਟਰਕਚਰ ਦੀ ਗੱਲ ਕਰਦਾ ਹੈ, 3 ਲਿਸਟਾਂ ਦੀ, ਕਨਕਰੈਂਟ ਲਿਸਟ, ਸਟੇਟ ਲਿਸਟ, ਯੂਨੀਅਨ ਲਿਸਟ। ਸੋ ਇੱਕ ਤਰੀਕੇ ਦੇ ਫੈਡਰਲ ਸਟਰਕਚਰ ਮਤਲਬ ਕਿ ਪਾਵਰ ਦੀ ਡਿਵੀਜ਼ਨ ਸੈਂਟਰ ਤੇ ਸਟੇਟ ਦੇ ਵਿੱਚ। ਸੋ ਇਨਡਾਇਰੈਕਟਲੀ ਤੁਸੀਂ ਕਹਿ ਸਕਦੇ ਹੋ ਕਿ ਸੈਂਟਰ ਤੇ ਸਟੇਟ ਦੇ ਰਿਲੇਸ਼ਨਸ ਨੂੰ ਸ਼ੋ ਕਰਦਾ ਹੈ 7th ਸ਼ਡਿਊਲ ਆਫ ਕਨਸਟੀਟਿਊਸ਼ਨ। ਨੈਕਸਟ ਕੁਐਸਚਨ ਹੈ ਜੀ ਅੱਜ ਦੀ ਸੀਰੀਜ਼ ਦਾ, ਕਹਿੰਦੇ ਦਾ ਫਾਈਨੈਂਸ਼ੀਅਲ ਰਿਲੇਸ਼ਨ ਬਿਟਵੀਨ the union government and state government has been discussed under?
ਕਹਿੰਦੇ ਜਿਹੜਾ ਫਾਈਨੈਂਸ਼ੀਅਲ ਰਿਲੇਸ਼ਨਸ਼ਿਪ ਹੈ ਸਟੇਟ ਤੇ ਸੈਂਟਰ ਦੇ ਵਿੱਚ, ਉਹ ਸਟੇਟ ਤੇ ਸੈਂਟਰ ਦੀ ਗਵਰਨਮੈਂਟ ਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਰਿਲੇਸ਼ਨਸ਼ਿਪ ਹੈ ਉਹ ਹੈ ਜੋ ਉਹ ਕਿਹਨਾਂ ਆਰਟੀਕਲਸ ਦੇ ਅੰਡਰ ਡਿਸਕਸ ਕੀਤਾ ਜਾਂਦਾ ਹੈ। 168 to 171, 268 to 281 ਜਾਂ ਫਿਰ 278 to 291, 289 to 295। ਸੋ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, 268 to 281। ਇਸ ਤੋਂ ਇਲਾਵਾ ਫਾਈਨਾਂਸ ਕਮਿਸ਼ਨ ਹੈ ਜੋ ਕਿਸ ਆਰਟੀਕਲ ਦੇ ਅੰਡਰ ਆਉਂਦਾ ਹੈ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ, ਆਰਟੀਕਲ 280। ਠੀਕ ਹੈ ਜੀ, ਹੋਪਫੁਲੀ ਸੁਣ ਗਿਆ ਹੋਏਗਾ। ਫਾਈਨਾਂਸ ਕਮਿਸ਼ਨ ਕਿਸ ਆਰਟੀਕਲ ਦੇ ਅੰਡਰ ਆਉਂਦਾ ਹੈ, 280 ਦੇ ਅੰਦਰ। ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਸੀਰੀਜ਼ ਹੈ ਜੋ ਕੰਪਲੀਟ ਹੁੰਦੀ ਹੈ। ਹੋਪਫੁਲੀ ਤੁਹਾਨੂੰ ਲੈਕਚਰ ਪਸੰਦ ਆਇਆ ਹੋਏਗਾ। ਸੋ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ ਸੋ ਮਚ।